नया यूनिट ਅਸੀਂ ਸਟਾਰਟ ਕਰਨ ਜਾ ਰਹੇ ਹਾਂ ਬਾਇਓਟੈਕਨੋਲੋਜੀ ਦਾ ਦੋ ਚੈਪਟਰਸ ਇਹਦੇ ਵਿੱਚ। ਸੋ ਫਸਟ ਚੈਪਟਰ ਹੈ ਬਾਇਓਟੈਕਨੋਲੋਜੀ ਪ੍ਰਿੰਸੀਪਲਸ ਐਂਡ ਪ੍ਰੋਸੈਸਿਸ, ਸੈਕੰਡ ਚੈਪਟਰ ਹੈ ਐਪਲੀਕੇਸ਼ਨਸ ਆਫ ਬਾਇਓਟੈਕਨੋਲੋਜੀ। ਸੋ ਫਸਟ ਚੈਪਟਰ ਸਟਾਰਟ ਕਰਨ ਜਾ ਰਹੇ ਹਾਂ। ਅੱਜ ਆਪਾਂ ਥੋੜਾ ਇਸ ਵੀਡੀਓ ਦੇ ਵਿੱਚ ਇੰਟਰੋਡਕਸ਼ਨ ਵਾਲਾ ਪਾਰਟ ਕਰਾਂਗੇ ਕਿ ਬਾਇਓਟੈਕਨੋਲੋਜੀ ਕੀ ਹੈ, ਇਹਦੀ ਕੀ ਡੈਫੀਨੇਸ਼ਨਸ ਹੈ, ਕਿਸ ਪ੍ਰਿੰਸੀਪਲ ਦੇ ਉੱਤੇ ਬੇਸ ਹੈ। ਸੋ ਲੈਟ ਅਸ ਸਟਾਰਟ। ਸਭ ਤੋਂ ਪਹਿਲਾਂ ਟ੍ਰੈਡੀਸ਼ਨਲ ਡੈਫੀਨੇਸ਼ਨ ਬਾਇਓਟੈਕਨੋਲੋਜੀ ਦੀ ਕੀ ਹੈ। So biotechnology deals with the techniques of using live microorganisms, plants or animals, their cells or their components and enzymes from organisms to produce products and processes मतलब जो भी services हैं useful to human being। ਇਹਦਾ ਮਤਲਬ ਬਾਇਓਟੈਕਨੋਲੋਜੀ ਇੱਕ ਟ੍ਰੈਡੀਸ਼ਨਲ ਵਿਊ ਹੈ। ਸੋ ਇਹਦੇ ਵਿੱਚ ਥੋੜੀ ਜਿਹੀ ਕਨਫਿਊਜ਼ਨ ਹੈ। ਇਹਦਾ ਮਤਲਬ ਜੋ ਅਸੀਂ ਚੀਜ਼ ਲੈ ਰਹੇ ਹਾਂ ਜਾਂ ਅਸੀਂ ਵਾਈਨ ਵਗੈਰਾ ਲੈ ਰਹੇ ਹੈਗੇ ਹਾਂ, ਕੋਈ ਐਲਕੋਹਲ ਲੈ ਰਹੇ ਹੈਗੇ ਹਾਂ ਜਾਂ ਕਰਡ ਫਾਰਮੇਸ਼ਨ ਹੈ, ਇਹ ਸਾਰੇ ਬਾਇਓਟੈਕਨੋਲੋਜੀ ਦੇ ਪ੍ਰੋਡਕਟਸ ਹੋ ਗਏ। ਲੇਕਿਨ ਐਕਚੁਅਲੀ ਬਾਇਓਟੈਕਨੋਲੋਜੀ ਦੇ ਵਿੱਚ ਇਹ ਨਹੀਂ ਹੈਗਾ। ਸੋ ਬਾਇਓਟੈਕਨੋਲੋਜੀ ਦੇ ਵਿੱਚ ਅਸੀਂ ਕੀ ਯੂਜ਼ ਕਰਦੇ ਹੈਗੇ ਹਾਂ, ਯੂਜ਼ ਆਫ ਜੈਨੇਟਿਕਲੀ ਮੋਡੀਫਾਈਡ ਆਰਗੈਨਿਜ਼ਮਸ। ਸੋ ਇਹਦਾ ਮਤਲਬ ਬਾਇਓਟੈਕਨੋਲੋਜੀ ਦੇ ਵਿੱਚ ਕਿਹੜੀਆਂ ਪ੍ਰੋਸੈਸਿਸ ਹੋ ਗਈਆਂ। ਸੋ ਸਿੰਥੇਸਾਈਜ਼ਿੰਗ ਅ ਜੀਨ, ਅਸੀਂ ਇੱਕ ਆਰਟੀਫਿਸ਼ੀਅਲ ਜੀਨ ਬਣਾ ਰਹੇ ਹਾਂ। ਦੈਨ ਅਸੀਂ ਡਿਵੈਲਪਿੰਗ ਆ DNA ਵੈਕਸੀਨ ਅਸੀਂ ਬਣਾ ਰਹੇ ਹੈਗੇ ਹਾਂ, ਜਿਵੇਂ ਹੈਪੇਟਾਈਟਿਸ ਵੀ ਹੈ। ਸੋ ਬਾਇਓਟੈਕਨੋਲੋਜੀ ਦੇ ਥਰੂ ਬਣੀ ਹੈਗੀ ਹੈ। ਦੈਨ ਕਰੈਕਟਿੰਗ ਅ ਡਿਫੈਕਟਿਵ ਜੀਨ, ਦੈਨ ਇਨ ਵਿਟਰੋ ਫਰਟੀਲਾਈਜੇਸ਼ਨ ਲੀਡਿੰਗ ਟੂ ਟੈਸਟ ਟੂ ਬੇਬੀ। ਇਹ ਸਾਰੀਆਂ ਕੁਝ ਬਾਇਓਟੈਕਨੋਲੋਜੀ ਦੀਆਂ ਪ੍ਰੋਸੈਸਿਸ ਹੈਗੀਆਂ, ਪ੍ਰੋਡਕਟਸ ਹੈਗੀਆਂ। ਇਹਦਾ ਮਤਲਬ ਜਿਹੜੀ ਟ੍ਰੈਡੀਸ਼ਨਲ ਡੈਫੀਨੇਸ਼ਨ ਹੈ, ਟ੍ਰੈਡੀਸ਼ਨਲ ਡੈਫੀਨੇਸ਼ਨ ਤੇ ਮਾਡਰਨ ਕੰਸੈਪਟ ਦੋਵਾਂ ਨੂੰ ਕੰਬਾਈਨ ਕਰਕੇ ਸਾਨੂੰ ਯੂਰਪੀਅਨ ਫੈਡਰੇਸ਼ਨ ਆਫ ਬਾਇਓਟੈਕਨੋਲੋਜੀ ਇਹਨੇ ਇੱਕ ਡੈਫੀਨੇਸ਼ਨ ਦਿੱਤੀ ਹੈ ਮੋਡੀਫਾਈਡ ਵਰਜ਼ਨ ਦੇ ਵਿੱਚ। ਸੋ ਕੀ ਡੈਫੀਨੇਸ਼ਨ ਹੈ? ਸੋ ਇਟ ਇਜ਼ ਅ ਇੰਟੈਗ੍ਰੇਟਿਡ ਯੂਜ਼ ਆਫ ਬਾਇਓਕੈਮਿਸਟਰੀ, ਮਾਈਕਰੋਬਾਇਓਲੋਜੀ ਐਂਡ ਇੰਜੀਨੀਅਰਿੰਗ ਸਰਵਿਸਿਜ਼। ਸੋ ਇੰਜੀਨੀਅਰਿੰਗ ਸਰਵਿਸਿਜ਼ ਕਿਉਂਕਿ ਅਸੀਂ ਉਹਨਾਂ ਨੂੰ ਇੰਜੀਨੀਅਰ ਜੈਨੇਟਿਕਲੀ ਮੋਡੀਫਾਈਡ ਰਿਕੋmbinant DNA ਟੈਕਨੋਲੋਜੀ ਬਣਾ ਰਹੇ ਹਾਂ, genetic modified organism बना रहे हैं। So in order to achieve the technological यानी कि industrial application of the capabilities of microorganism, then culture tissues, oblique cells and parts thereof। So ये एक wide definition है biotechnology ਦੀ। So biotechnology term coin किने कीती सी? It was coined by कार्ल रैके, एक हंगेरियन इंजीनियर सीगा 1917 ਦੇ ਵਿੱਚ ਉਹਨੇ ਕੀਤੀ ਸੀਗੀ। ਸੋ ਇਹਦੇ ਵਿੱਚ ਮੋਸਟਲੀ ਹੈ ਕਿ ਬਾਇਓਟੈਕਨੋਲੋਜੀ ਇਟ ਮੋਸਟਲੀ ਇਨਵੋਲਵ ਸਭ ਤੋਂ ਪਹਿਲਾਂ ਕਟਿੰਗ DNA, ਕਟਿੰਗ ਤੇ ਪੇਸਟਿੰਗ ਆਫ ਡਿਜ਼ਾਇਰਡ DNA ਫ੍ਰੈਗਮੈਂਟਸ ਬੇਸਡ ਔਨ ਟੂ ਇੰਪੋਰਟੈਂਟ ਡਿਸਕਵਰੀਜ਼ ਇਨ ਬੈਕਟੀਰੀਆ। ਅਗਰ ਇਹ ਦੋ ਇੰਪੋਰਟੈਂਟ ਡਿਸਕਵਰੀਜ਼ ਨਾ ਹੁੰਦੀਆਂ ਤੇ ਅੱਜ ਸਾਡੇ ਕੋਲ ਬਾਇਓਟੈਕਨੋਲੋਜੀ ਦੀ ਬ੍ਰਾਂਚ ਵੀ ਨਹੀਂ ਹੋਣੀ ਸੀ। ਕਿਹੜੀਆਂ ਦੋ ਇੰਪੋਰਟੈਂਟ ਡਿਸਕਵਰੀਜ਼? ਨੰਬਰ 1 ਪਲਾਜ਼ਮਿਡ ਐਂਡ ਨੰਬਰ 2 ਰਿਸਟ੍ਰਿਕਸ਼ਨ ਐਂਡੋਨਿਊਕਲੀਏਸਿਸ। ਸੋ ਪਲਾਜ਼ਮਿਡ ਕੀ ਹੈ? ਸਭ ਤੋਂ ਪਹਿਲਾਂ ਦੀ ਡੈਫੀਨੇਸ਼ਨ ਇੱਕ ਨੰਬਰ ਦੇ ਵਿੱਚ ਕਈ ਵਾਰ ਐਗਜ਼ਾਮ 'ਚ ਪੁੱਛੀ ਵੀ ਜਾਂਦੀ ਹੈਗੀ ਹੈ। ਸੋ ਇਟ ਇਜ਼ ਅ ਐਕਸਟਰਾ ਕ੍ਰੋਮੋਸੋਮਲ ਆਟੋਨੋਮਸਲੀ ਰੈਪਲੀਕੇਟਿੰਗ ਸਰਕੂਲਰ DNA। ਸੋ ਆਟੋਨੋਮਸਲੀ ਰੈਪਲੀਕੇਟਿੰਗ, ਹੁਣ ਆਪਾਂ ਥੋੜਾ ਜਿਹਾ ਦੇਖੀਏ ਕਿ ਜਦੋਂ ਅਸੀਂ ਈਕੁਲਾਈ ਦੇ ਵਿੱਚ ਕੀਤਾ ਸੀ, ਆਹ ਈਕੁਲਾਈ ਦਾ ਨਾਰਮਲ DNA ਹੈ। ਸੋ ਦਿਸ ਇਜ਼ ਨਿਊਕਲੀਆਇਡ। ਸੋ ਇਹ ਜਿਹੜਾ ਐਕਸਟਰਾ ਕ੍ਰੋਮੋਸੋਮਲ ਜੈਨੇਟਿਕ ਮਟੀਰੀਅਲ ਹੈ, ਜਿਹੜਾ ਸਰਕੂਲਰ ਹੈ, ਇਹ ਇਸ ਤੋਂ ਇੰਡੀਪੈਂਡੈਂਟਲੀ ਰੈਪਲੀਕੇਟ ਕਰ ਸਕਦਾ ਹੈਗਾ। ਇਹਨੂੰ ਅਸੀਂ ਵਹੀਕਲ ਵੀ ਯੂਜ਼ ਕਰਦੇ। ਇਹ ਪਹਿਲੀ ਇੰਪੋਰਟੈਂਟ ਡਿਸਕਵਰੀ ਸੀ। ਅਗਰ ਇਹ ਡਿਸਕਵਰੀ ਨਾ ਹੁੰਦੀ ਤੇ ਅੱਜ ਸਾਡੇ ਕੋਲੇ, ਕਿਉਂਕਿ ਇਹ ਸਾਡੇ ਕੋਲੇ ਐਜ਼ ਅ ਵਹੀਕਲ ਯੂਜ਼ ਕਰਦੇ ਸੀ ਬਾਇਓਟੈਕਨੋਲੋਜੀ ਦੇ ਵਿੱਚ, ਇਹਨੂੰ ਯੂਜ਼ ਕਰਦੇ ਹਾਂ ਫॉर ਟ੍ਰਾਂਸਫਰਿੰਗ ਫਰੋਮ ਵਨ ਪਰਸਨ ਟੂ ਅਨਦਰ ਪਰਸਨ। ਅਗਰ ਅਸੀਂ DNA ਨੂੰ ਟ੍ਰਾਂਸਫਰ ਕਰਨਾ ਹੈ, ਅਸੀਂ ਪਹਿਲਾਂ ਇਸ ਵਹੀਕਲ ਦੇ ਉੱਤੇ ਉਹਨੂੰ ਲੋਡ ਕਰਦੇ ਹੈਗੇ ਹਾਂ। ਸੋ ਪਲਾਜ਼ਮਿਡ ਸਾਡੇ ਲਈ ਪਹਿਲੀ ਡਿਸਕਵਰੀ ਹੈ। ਦੂਸਰੀ ਡਿਸਕਵਰੀ ਹੈ ਰਿਸਟ੍ਰਿਕਸ਼ਨ ਐਂਡੋਨਿਊਕਲੀਏਸਿਸ। ਇਹਨੂੰ ਅਸੀਂ ਮੋਲੀਕੂਲਰ ਸੀਜ਼ਰ ਵੀ ਕਹਿੰਦੇ ਹੈਗੇ ਆ। ਜਿਵੇਂ ਸੀਜ਼ਰ ਹੁੰਦੀ ਹੈ, ਕੈਂਚੀ ਹੁੰਦੀ ਹੈ। ਸੋ ਇਹਦੇ ਵਿੱਚ ਕੀ ਹੈ ਕਿ ਅਸੀਂ DNA ਨੂੰ ਕੱਟ ਕਰਦੇ ਹਾਂ ਇਸ ਐਂਜ਼ਾਈਮ ਦੇ ਨਾਲ। ਸੋ ਇਹ ਕਿਹਨੇ ਡਿਸਕਵਰ ਕੀਤਾ ਸੀ? ਤਿੰਨ ਸਾਇੰਟਿਸਟ ਨੇ ਇਹਨੂੰ ਡਿਸਕਵਰ ਕੀਤਾ, ਆਰਬਰ, ਨਾਥਨ ਤੇ ਸਮਿਥ ਨੇ 1970 ਦੇ ਵਿੱਚ। ਸੇਮ ਡਿਸਕਵਰੀ ਲਈ ਦੇ ਗॉट ਨੋਬਲ ਪ੍ਰਾਈਜ਼ ਇਨ 1978 ਦੇ ਵਿੱਚ ਇਹਨਾਂ ਨੂੰ ਨੋਬਲ ਪ੍ਰਾਈਜ਼ ਵੀ ਮਿਲਿਆ ਸੀ। ਸੋ ਬਾਇਓਟੈਕਨੋਲੋਜੀ ਦੋ ਪ੍ਰਿੰਸੀਪਲਸ ਦੇ ਉੱਤੇ ਬੇਸ ਹੈ, ਦੋ ਮੇਨ ਟੈਕਨੀਕਸ ਦੇ ਉੱਤੇ ਬੇਸ ਹੈ। ਕਿਹੜੀ ਦੋ ਮੇਨ ਟੈਕਨੀਕਸ? ਜੈਨੇਟਿਕ ਇੰਜੀਨੀਅਰਿੰਗ ਤੇ ਕੈਮੀਕਲ ਇੰਜੀਨੀਅਰਿੰਗ। ਸਭ ਤੋਂ ਪਹਿਲਾਂ ਜੈਨੇਟਿਕ ਇੰਜੀਨੀਅਰਿੰਗ ਕੀ ਹੈ? ਮਤਲਬ ਇਹਦੇ ਵਿੱਚ ਕੀ ਸੀ? ਇਟ ਇਜ਼ ਅ ਆਲਟਰੇਸ਼ਨ ਔਰ ਮੈਨੀਪੂਲੇਸ਼ਨ ਆਫ ਜੈਨੇਟਿਕ ਮਟੀਰੀਅਲ DNA ਜਾਂ RNA। ਉਹਨੂੰ ਅਸੀਂ ਆਲਟਰ ਕਰਦੇ ਹਾਂ, ਉਹਨੂੰ ਚੇਂਜ ਕਰਦੇ ਹਾਂ, ਠੀਕ ਹੈ। ਇਹਦਾ ਕਿਵੇਂ ਚੇਂਜ ਕਰਦੇ ਹਾਂ? ਤਿੰਨ ਪ੍ਰੋਸੈਸਿਸ ਦੇ ਥਰੂ। ਸੋ ਕਿਵੇਂ? ਇਹਦਾ ਮਤਲਬ ਜੈਨੇਟਿਕ ਇੰਜੀਨੀਅਰ ਤਿੰਨ ਪ੍ਰੋਸੈਸਿਸ ਹੋ ਗਈਆਂ। ਸਭ ਤੋਂ ਪਹਿਲਾਂ ਕ੍ਰੀਏਸ਼ਨ ਆਫ ਰਿਕੋmbinant DNA। ਰਿਕੋmbinant DNA ਮਤਲਬ ਮੰਨ ਲਓ ਅਸੀਂ ਇੱਕ DNA ਜਿਹੜਾ ਹੈਗਾ ਕਿਸੇ ਆਰਗੈਨਿਜ਼ਮ ਤੋਂ ਲੈ ਲਿੱਤਾ। ਮੰਨ ਲਓ ਅਸੀਂ ਇੱਕ ਆਰਗੈਨਿਜ਼ਮ ਦਾ DNA ਲੈ ਲਿੱਤਾ, ਇਹਦੇ ਵਿੱਚ ਅਸੀਂ ਇੱਕ ਫੋਰਨ DNA ਪਾਤਾ। ਹੁਣ ਇਸ DNA ਨੂੰ ਅਸੀਂ ਕੀ ਕਹਾਂਗੇ? ਦਿਸ ਇਜ਼ ਰਿਕੋmbinant DNA। ਨਾਓ ਇਹਦੀ ਅਸੀਂ ਕਲੋਨਸ ਬਣਾਵਾਂਗੇ, ਯਾਨੀ ਕਿ ਇਹਨੂੰ ਅਸੀਂ ਹੋਸਟ ਵਿੱਚ ਪਾਵਾਂਗੇ। ਮੰਨ ਲਓ ਦਿਸ ਇਜ਼ ਦਾ ਈਕੋਲਾਈ। ਈਕੋਲਾਈ ਦੇ ਵਿੱਚ ਅਸੀਂ ਇਹਨੂੰ ਇੰਟਰੋਡਿਊਸ ਕਰਨਾ। ਅਸੀਂ ਸਿੰਪਲੀ
ਅਸੀਂ ਇਹਨੂੰ ਸਿੰਪਲੀ ਨਹੀਂ ਪਾ ਸਕਦੇ। ਕਿਵੇਂ ਪਾ ਸਕਦੇ ਅਸੀਂ ਕਿ ਇਹਨੂੰ ਸਭ ਤੋਂ ਪਹਿਲਾਂ ਯਾਨੀ ਕਿ ਅਸੀਂ ਜਦੋਂ ਕਿਸੇ ਦੇ ਵਿੱਚ ਇੱਕ ਪਰਸਨ ਟੂ ਸੈਕਿੰਡ ਪਰਸਨ ਡੀਐਨਏ ਇੰਟਰੋਡਿਊਸ ਕਰਨਾ, ਅਸੀਂ ਸਿੰਪਲੀ ਇੱਕ ਪਰਸਨ ਤੋਂ ਦੂਜੇ ਪਰਸਨ ਨਹੀਂ ਪਾ ਸਕਦੇ, ਡਾਇਰੈਕਟਲੀ ਨਹੀਂ ਪਾ ਸਕਦੇ। ਸਭ ਤੋਂ ਪਹਿਲਾਂ ਅਸੀਂ ਇਹਨੂੰ ਵਹੀਕਲ ਤੇ ਚੜਾਵਾਂਗੇ। ਉਸ ਤੋਂ ਬਾਅਦ ਇਹ ਜਿਹੜਾ ਡੀਐਨਏ ਹੈ ਹੁਣ ਇਹ ਜਾ ਕੇ ਜਿਹੜਾ ਇਹ ਦਿਸ ਇਜ਼ ਨਾਓ ਏਲੀਅਨ ਡੀਐਨਏ, ਇਹਨੂੰ ਏਲੀਅਨ ਡੀਐਨਏ ਕਹਿੰਦੇ ਆ। ਹੁਣ ਇਹ ਏਲੀਅਨ ਡੀਐਨਏ ਜਿਹੜਾ ਹੋਸਟ ਡੀਐਨਏ ਹੈ ਉਹਦਾ ਪਾਰਟ ਬਣਨਾ ਚਾਹੀਦਾ ਹੈਗਾ। ਮੰਨ ਲਓ ਇੱਥੇ ਜਿਹੜਾ ਹੈਗਾ ਹੋਸਟ ਡੀਐਨਏ, ਇੱਥੇ ਇਹਦਾ ਪਾਰਟ ਬਣਨਾ ਚਾਹੀਦਾ ਹੈਗਾ, ਇੱਥੇ ਅਸੀਂ ਇਹਨੂੰ ਅਟੈਚ ਕਰਾਂਗੇ। ਜੇ ਇਹ ਅਟੈਚ ਹੋਏਗਾ ਉਸ ਤੋਂ ਬਾਅਦ ਹੀ ਇਹ ਰੈਪਲੀਕੇਟ ਕਰ ਸਕਦਾ ਹੈਗਾ ਜਿਹੜਾ ਏਲੀਅਨ ਡੀਐਨਏ ਹੈਗਾ। ਸੋ ਜਦੋਂ ਇਹ ਰੈਪਲੀਕੇਟ ਕਰੇਗਾ, ਹੋਸਟ ਦਾ ਡੀਐਨਏ ਰੈਪਲੀਕੇਟ ਕਰੇਗਾ, ਨੈਚੁਰਲੀ ਸਾਡਾ ਏਲੀਅਨ ਡੀਐਨਏ ਵੀ ਰੈਪਲੀਕੇਟ ਕਰ ਜਾਏਗਾ। ਇਹਦਾ ਮਤਲਬ ਇਹਦੇ ਵਾਵਾ ਸਾਰੇ ਕਲੋਨਸ ਬਣ ਜਾਣਗੇ, ਕਾਪੀਜ਼ ਬਣ ਜਾਣਗੀਆਂ। ਔਰ ਇਹ ਜਦੋਂ ਅਸੀਂ ਅਟੈਚ ਕਰਦੇ ਹਾਂ ਹੋਸਟ ਦੇ ਡੀਐਨਏ ਦੇ ਨਾਲ, ਫੋਰਨ ਡੀਐਨਏ ਨੂੰ ਅਸੀਂ ਕਿਸੇ ਵੀ ਰੀਜਨ ਤੇ ਅਟੈਚ ਨਹੀਂ ਕਰ ਸਕਦੇ। ਅਸੀਂ ਇੱਕ ਪਾਰਟਿਕੂਲਰ ਰੀਜਨ ਤੇ ਅਟੈਚ ਕਰਦੇ ਹਾਂ, ਉਸ ਪਾਰਟਿਕੂਲਰ ਰੀਜਨ ਨੂੰ ਕੀ ਕਹਿੰਦੇ ਆ? ਔਰੀ। ਔਰੀ ਮਤਲਬ ਓਰੀਜਨ ਆਫ ਰੈਪਲੀਕੇਸ਼ਨ। ਅਗਰ ਫੋਰਨ ਡੀਐਨਏ ਹੋਸਟ ਡੀਐਨਏ ਦੇ origin of replication ਨਾਲ ਅਟੈਚ ਹੋ ਜਾਏਗਾ, ਜਦੋਂ ਹੋਸਟ ਡੀਐਨਏ ਰੈਪਲੀਕੇਟ ਕਰੇਗਾ, ਨੈਚੁਰਲੀ ਜਿਹੜਾ ਸਾਡਾ ਡੀਐਨਏ ਹੈ, ਜਿਹੜਾ ਅਸੀਂ ਕੋਈ ਫੋਰਨ ਡੀਐਨਏ ਜਾਂ ਏਲੀਅਨ ਡੀਐਨਏ ਪਾਇਆ ਹੈ, ਉਹ ਵੀ ਨਾਲ ਰੈਪਲੀਕੇਟ ਕਰ ਦੇਗਾ। ਤੀਸਰਾ ਹੋ ਗਿਆ ਜੀਨ ਟ੍ਰਾਂਸਫਰ। ਜੀਨ ਟ੍ਰਾਂਸਫਰ ਮੈਂ ਆਲਰੇਡੀ ਦੱਸਿਆ ਹੈਗਾ ਕਿ ਜੀਨ ਟ੍ਰਾਂਸਫਰ ਸੀ ਇੱਕ ਪਰਸਨ ਤੋਂ ਦੂਸਰੇ ਪਰਸਨ ਡਾਇਰੈਕਟਲੀ ਨਹੀਂ ਟ੍ਰਾਂਸਫਰ ਕਰ ਸਕਦੇ। ਸਭ ਤੋਂ ਪਹਿਲਾਂ ਅਸੀਂ ਇਹਨੂੰ ਇੱਕ ਵਹੀਕਲ ਦੇ ਉੱਤੇ ਚੜਾਵਾਂਗੇ। ਸੋ ਅਸੀਂ ਇਹ ਟੂਲਸ ਦੇ ਵਿੱਚ ਸਟੱਡੀ ਵੀ ਕਰਾਂਗੇ। ਸੋ ਵਹੀਕਲ ਕੀ ਹੋ ਸਕਦਾ ਹੈ? ਇਟ ਕੈਨ ਬੀ ਪਲਾਜ਼ਮਿਡ ਹੋ ਸਕਦਾ ਹੈਗਾ, ਰੈਟਰੋਵਾਇਰਸ ਹੋ ਸਕਦਾ ਹੈ, ਐਗਰੋਬੈਕਟੀਰੀਅਮ ਟਿਊਮੀਫੇਸੀਅਨਸ ਦਾ ਪਲਾਜ਼ਮਿਡ, ਕੋਈ ਵੀ ਇਸ ਤਰ੍ਹਾਂ ਦਾ ਪਲਾਜ਼ਮਿਡ ਜਿਹੜਾ ਹੈਗਾ ਅਸੀਂ ਯੂਜ਼ ਕਰ ਸਕਦੇ ਹਾਂ। ਸੋ ਪਹਿਲੀ ਟੈਕਨੀਕ ਬਾਇਓਟੈਕਨੋਲੋਜੀ ਦੀ ਕੀ ਹੈ? ਦੈਟ ਇਜ਼ ਜੈਨੇਟਿਕ ਇੰਜੀਨੀਅਰਿੰਗ। ਜੈਨੇਟਿਕ ਇੰਜੀਨੀਅਰ ਮਤਲਬ ਅਸੀਂ ਡੀਐਨਏ ਨੂੰ ਆਲਟਰ ਕਰ ਲਿਆ, ਜਾਂ ਉਹਨੂੰ ਡੀਐਨਏ ਜਾਂ ਆਰਐਨਏ ਨੂੰ ਆਲਟਰ ਕਰ ਲਿਆ। ਨੈਕਸਟ ਸੈਕਿੰਡ ਸਟੈਪ ਕੀ ਹੋ ਗਿਆ ਕਿ ਅਸੀਂ ਇਹਨੂੰ ਹੋਸਟ ਦੇ ਵਿੱਚ ਪਾਤਾ। ਤੀਸਰਾ ਸਟੈਪ ਕੀ ਹੋ ਗਿਆ ਕਿ ਅਸੀਂ ਉਹਦੇ ਵਾਵਾ ਸਾਰੇ ਕਲੋਨਸ ਬਣਾ ਲਏ। ਉਸ ਤੋਂ ਬਾਅਦ ਅਸੀਂ ਉਹਨਾਂ ਦੇ ਜੋ ਡਿਜ਼ਾਇਰਡ ਪ੍ਰੋਡਕਟ ਹੈ ਉਹਨੂੰ ਲੈ ਸਕਦੇ ਹਾਂ। ਸੋ ਸੈਕਿੰਡ ਕੀ ਹੈ? ਕੈਮੀਕਲ ਇੰਜੀਨੀਅਰਿੰਗ। ਕੈਮੀਕਲ ਇੰਜੀਨੀਅਰ ਮੰਨ ਲਓ ਅਸੀਂ ਆਹ ਵਾਲਾ ਇੱਕ ਈਕੋਲਾਈ ਬਣਾ ਲਿਆ। ਸੋ ਦਿਸ ਇਜ਼ ਇਹ ਈਕੋਲਾਈ ਕੀ ਹੈ? ਜਿਹਦੇ ਵਿੱਚ ਰੀਕੰਬਾਈਨਡ ਡੀਐਨਏ ਪਾਇਆ। ਸੋ ਇਹ ਰੀਕੰਬਾਈਨਡ ਹੈ। ਹੁਣ ਮੰਨ ਲਓ ਅਸੀਂ ਇਹਦੇ ਵਿੱਚ ਕਿਹੜਾ ਜੀਨ ਪਾਇਆ? ਮੰਨ ਲਓ ਅਸੀਂ ਇਨਸੂਲਿਨ ਦਾ ਜੀਨ ਪਾਇਆ ਹੈਗਾ। ਹੁਣ ਅਸੀਂ ਇਨਸੂਲਿਨ ਬਣਾਉਣਾ ਚਾਹੁੰਦੇ ਹੈਗੇ ਆ। ਸੋ ਅਸੀਂ ਇਨਸੂਲਿਨ ਬਣਾਉਣ ਲਈ ਇੱਕ ਕਲਚਰ ਮੀਡੀਅਮ ਦੇ ਵਿੱਚ ਇਹਨਾਂ ਨੂੰ ਕਲੋਨਸ ਬੁਲਾ ਕੇ ਇਹਨਾਂ ਨੂੰ ਇਹੋ ਜਿਹੀ ਕੰਡੀਸ਼ਨਸ ਪ੍ਰੋਵਾਈਡ ਕਰਾਂਗੇ ਜਿਹੜੀਆਂ ਸਟਰਾਈਲ ਕੰਡੀਸ਼ਨਸ ਹੋਣ, ਤਾਂ ਕਿ ਸਿਰਫ ਸਾਡਾ ਜਿਹੜਾ ਡਿਜ਼ਾਇਰਡ ਜੀਨ ਹੈ ਉਹਦੇ ਹੀ ਕਲੋਨਸ ਬਣਨ, ਉਹਦੀਆਂ ਪ੍ਰੋਡਕਟਸ ਜਿਹੜਾ ਬਣਨ, ਹੋਰ ਕੋਈ ਮਾਈਕਰੋ ਆਰਗੈਨਿਜ਼ਮ ਉਹਦੇ ਵਿੱਚ ਗਰੋ ਨਾ ਕਰ ਸਕੇ। ਸੋ ਕੈਮੀਕਲ ਇੰਜਨ ਕੀ ਹੈ? ਇਟ ਇਜ਼ ਅ ਮੇਨਟੇਨੈਂਸ ਆਫ ਸਟਰਾਈਲ ਮਾਈਕਰੋਬੀਅਲ ਕੰਟੈਮੀਨੇਸ਼ਨ ਫ੍ਰੀ ਕੰਡੀਸ਼ਨ। ਸੋ ਇਹੋ ਜਿਹੀਆਂ ਕੰਡੀਸ਼ਨਸ ਪ੍ਰੋਵਾਈਡ ਕਰਨਾ ਜਿਹਦੇ ਵਿੱਚ ਕੀ ਸਾਡਾ ਜਿਹੜਾ ਰਿਕੰਬਾਈਨਡ ਡੀਐਨਏ ਹੈ ਜਾਂ ਜਿਸ ਹੋਸਟ ਵਿੱਚ ਅਸੀਂ ਉਹ ਡੀਐਨਏ ਪਾਇਆ ਹੈਗਾ ਉਹ ਸਟਰਾਈਲ ਕੰਡੀਸ਼ਨਸ ਦੇ ਵਿੱਚ ਆਪਣੇ ਆਪ ਨੂੰ ਪ੍ਰੋਡਕਟਸ ਨੂੰ ਦੇ ਸਕੇ, ਰੈਪਲੀਕੇਟ ਕਰ ਸਕੇ। ਸੋ ਇਹ ਦੋ ਟੈਕਨੀਕਸ ਹੈ ਜਿਹਦੇ ਉੱਤੇ ਬਾਇਓਟੈਕਨੋਲੋਜੀ ਬੇਸ ਹੈਗੀ ਹੈ। ਨਾਓ ਨੈਕਸਟ ਇੱਕ ਥੋੜਾ ਜਿਹਾ ਟੌਪਿਕ ਹੈਗਾ ਕਿ ਫਰਸਟਲੀ ਸਭ ਤੋਂ ਪਹਿਲਾਂ ਰਿਕੰਬਾਈਨਡ ਡੀਐਨਏ ਕਿਹਨੇ ਬਣਾਇਆ? ਸੋ ਵਟ ਵਾਸ ਦਾ ਕੰਟਰੀਬਿਊਸ਼ਨ ਆਫ ਸਟੈਨਲੇ ਐਂਡ ਕੋਹਨ? Stanley Cohen and Herbert Boyer 1972। What were the contribution of Cohen and Boyer? ਇਹ ਦੋ ਸਾਇੰਟਿਸਟ ਸੀ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਇੱਕ ਰਿਕੰਬਾਈਨਡ ਡੀਐਨਏ ਬਣਾਇਆ। ਕਿਸ ਤਰ੍ਹਾਂ ਬਣਾਇਆ? ਇਹਨਾਂ ਨੇ ਇੱਕ ਐਂਟੀਬਾਇਓਟਿਕ ਰਿਸਟ੍ਰਿਕਸ਼ਨ ਜੀਨ ਜਿਹੜਾ ਹੈਗਾ, ਐਂਟੀਬਾਇਓਟਿਕ ਰੈਜ਼ਿਸਟੈਂਟ ਜੀਨ ਜਿਹੜਾ ਹੈਗਾ ਉਹਨੂੰ ਇੱਕ ਪਲਾਜ਼ਮਿਡ ਨਾਲ ਅਟੈਚ ਕੀਤਾ। ਕਿਹੜੇ ਪਲਾਜ਼ਮਿਡ ਦੇ ਨਾਲ? ਸਾਲਮੋਨੈਲਾ ਟਾਈਫੀਮਿਊਰੀਅਮ। ਯਾਨੀ ਕਿ ਉਹਨਾਂ ਨੇ ਕੀ ਕੀਤਾ ਕਿ ਇੱਕ ਪਲਾਜ਼ਮਿਡ ਲੈ ਲਿਆ। ਸੋ ਦਿਸ ਇਜ਼ ਪਲਾਜ਼ਮਿਡ ਆਫ ਸਾਲਮੋਨੈਲਾ ਟਾਈਫੀਮਿਊਰੀਅਮ। ਸੋ ਇਹਦੇ ਵਿੱਚ ਅਸੀਂ ਉੱਥੇ ਉਹਨਾਂ ਨੇ ਪਾਇਆ ਇੱਕ ਐਂਟੀਬਾਇਓਟਿਕ ਰੈਜ਼ਿਸਟੈਂਟ ਜੀਨ। ਸੋ ਇਸ ਜਗ੍ਹਾ ਤੇ ਉਹਨਾਂ ਨੇ ਇੱਕ ਐਂਟੀਬਾਇਓਟਿਕ ਰੈਜ਼ਿਸਟੈਂਟ ਜੀਨ ਪਾਤਾ, ਠੀਕ ਹੈ। ਇਹਨੂੰ ਦੈਨ ਉਹਨਾਂ ਨੇ ਇੱਕ ਪਲਾਜ਼ਮਿਡ ਫ੍ਰੀ ਈਕੋਲਾਈ ਲਿੱਤਾ। ਸੋ ਦਿਸ ਇਜ਼ ਈਕੋਲਾਈ ਬੈਕਟੀਰੀਆ ਲੈ ਕੇ, ਇਹ 'ਚ ਪਲਾਜ਼ਮਿਡ ਨਹੀਂ ਸੀ। ਸੋ ਇਹ ਵਾਲਾ ਜਿਹੜਾ ਪਲਾਜ਼ਮਿਡ ਹੈ ਜਿਹੜਾ ਦਿਸ ਵਨ ਇਹਦੇ ਵਿੱਚ ਪਾਇਆ ਸੀ ਤੇ ਦੇ ਵਰ ਦਾ ਫਰਸਟ ਪਰਸਨ। ਇਹਦਾ ਮਤਲਬ ਇਹਨਾਂ ਨੇ ਫਰਸਟ ਪਰਸਨ ਸੀ ਜਿਨ੍ਹਾਂ ਰਿਕੰਬਾਈਨਡ ਡੀਐਨਏ ਬਣਾਇਆ ਸੀ ਤੇ ਹੋਸਟ ਵਿੱਚ ਇੰਟਰੋਡਿਊਸ ਕਰਕੇ ਉਹਨੂੰ ਮਲਟੀਪਲਾਈ ਕਰਾਇਆ ਸੀ। ਸੋ ਇਹ ਹੋ ਗਿਆ ਫਰਸਟ ਕਿ ਇੰਟਰੋਡਕਸ਼ਨ ਕੀ ਹੈ। ਸੈਕਿੰਡ ਵੀਡੀਓ ਦੇ ਵਿੱਚ ਅਸੀਂ ਟੂਲਸ ਆਫ ਰਿਕੰਬਾਈਨਡ ਡੀਐਨਏ ਟੈਕਨੋਲੋਜੀ ਡਿਸਕਸ ਕਰਾਂਗੇ।